ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ। ਪਿਛਲੀ ਵੀਡੀਓ ਵਿੱਚ ਆਪਾਂ ਕੁੱਲ ਤੁਸ਼ਟੀ ਗੁਣ ਅਤੇ ਸੀਮਾਂਤ ਤੁਸ਼ਟੀ ਗੁਣ ਦੇ ਸੰਬੰਧ ਬਾਰੇ ਪੜ੍ਹ ਲਿਆ ਸੀ ਤੇ ਮੈਂ ਦੱਸਿਆ ਸੀ ਕਿ ਅਗਲੀ ਵੀਡੀਓ ਦੇ ਵਿੱਚ ਆਪਾਂ ਉਪਭੋਗਤਾ ਸੰਤੁਲਨ ਦੇ ਬਾਰੇ ਪੜਾਂਗੇ। ਤਾਂ ਜੋ ਇਹ ਉਪਭੋਗਤਾ ਸੰਤੁਲਨ ਹੈ ਅਸੀਂ ਦੋ ਕੇਸਾਂ ਦੇ ਵਿੱਚ ਪੜਾਂਗੇ। ਪਹਿਲਾ ਕੇਸ ਹੈ ਇੱਕ ਵਸਤੂ ਦੇ ਸੰਬੰਧ ਵਿੱਚ, ਦੂਸਰਾ ਕੇਸ ਹੈ ਦੋ ਵਸਤੂਆਂ ਦੇ ਸੰਬੰਧ ਵਿੱਚ। ਤਾਂ ਉਸ ਤੋਂ ਪਹਿਲਾਂ ਆਪਾਂ ਇਹ ਜਾਣਦੇ ਹਾਂ ਕਿ ਉਪਭੋਗਤਾ ਸੰਤੁਲਨ ਹੁੰਦਾ ਕੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਵੀ ਉਪਭੋਗਤਾ ਕੀ ਹੁੰਦਾ। ਉਪਭੋਗਤਾ ਉਹ ਵਿਅਕਤੀ ਜਾਂ ਉਹ ਏਜੰਟ ਹੈ ਜੋ ਕੀ ਹੈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਸਤੂਆਂ ਅਤੇ ਸੇਵਾਵਾਂ ਦਾ ਉਪਭੋਗ ਕਰਦਾ ਹੈ। ਜਿਵੇਂ ਅਗਰ ਆਪਾਂ ਗੱਲ ਕਰੀਏ, ਆਪਾਂ ਜੋ ਇਨਸਾਨ ਆ, ਕਿਸੇ ਵੀ ਚੀਜ਼ ਦੀ ਜਦੋਂ ਸਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਅਸੀਂ ਕੀ ਆ ਉਸ ਚੀਜ਼ ਨੂੰ ਖਰੀਦਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਕੀ ਆ ਉਪਭੋਗਤਾ। ਤਾਂ ਹੁਣ ਕੋਈ ਵੀ ਉਪਭੋਗਤਾ ਸੰਤੁਲਨ ਦੇ ਵਿੱਚ ਕਦੋਂ ਹੋਊਗਾ? ਜਦੋਂ ਕੀ ਹੈ ਜਿੰਨੇ ਉਸ ਕੋਲ ਪੈਸੇ ਹੈ, ਯਾਨੀ ਜਿੰਨੇ ਉਸ ਕੋਲ ਰੁਪਏ ਹੋਣਗੇ ਔਰ ਉਹਨਾਂ ਰੁਪਇਆਂ ਨੂੰ ਉਹ ਖਰਚ ਕਰਕੇ ਜੋ ਆਪਣੀ ਸੰਤੁਸ਼ਟੀ ਹੈ ਉਹ ਵੱਧ ਤੋਂ ਵੱਧ ਪ੍ਰਾਪਤ ਕਰਦਾ ਹੋਵੇ, ਤਾਂ ਉਸ ਸਥਿਤੀ ਨੂੰ ਅਸੀਂ ਕੀ ਕਹਿੰਦੇ ਆ? ਉਪਭੋਗਤਾ ਸੰਤੁਲਨ ਦੀ ਸਥਿਤੀ। ਤੇ ਜਦੋਂ ਉਪਭੋਗਤਾ ਇੱਕ ਵਾਰ ਸੰਤੁਲਨ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਉਹ ਕੀ ਹੈ ਆਪਣੀ ਅਵਸਥਾ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਤਬਦੀਲੀ ਕਰਨਾ ਹੈ ਜੋ ਪਸੰਦ ਨਹੀਂ ਕਰਦਾ, ਕਿਉਂਕਿ ਜਦੋਂ ਉਹ ਸੰਤੁਲਨ ਦੀ ਅਵਸਥਾ ਵਿੱਚ ਪਹੁੰਚਣ ਤੋਂ ਬਾਅਦ ਕੁਝ ਵੀ ਤਬਦੀਲੀ ਕਰਦਾ ਹੈ ਤਾਂ ਉਹਦੀ ਸੰਤੁਸ਼ਟੀ ਦੇ ਪੱਧਰ ਵਿੱਚ ਹੈ ਜੋ ਕਮੀ ਹੈ ਉਹ ਆ ਜਾਂਦੀ ਹੈ। ਪ੍ਰੋਫੈਸਰ ਸੈਮੂਅਲਸਨ ਨੇ ਉਪਭੋਗਤਾ ਸੰਤੁਲਨ ਦੇ ਸੰਬੰਧ ਵਿੱਚ ਆਪਣੀ ਪਰਿਭਾਸ਼ਾ ਦਿੱਤੀ ਹੈ। ਪਹਿਲਾਂ ਆਪਾਂ ਉਹ ਪਰਿਭਾਸ਼ਾ ਲਿਖਦੇ ਹਾਂ। ਤਾਂ ਇਹ ਸਾਡੇ ਕੋਲੇ ਪ੍ਰੋਫੈਸਰ ਸੈਮੂਅਲਸਨ ਦੁਆਰਾ ਦਿੱਤੀ ਪਰਿਭਾਸ਼ਾ ਹੈ। ਇੱਕ ਉਪਭੋਗਤਾ ਉਸ ਸਮੇਂ ਸੰਤੁਲਨ ਦੀ ਅਵਸਥਾ ਵਿੱਚ ਹੁੰਦਾ ਹੈ ਜਦੋਂ ਉਹ ਆਪਣੀ ਦਿੱਤੀ ਹੋਈ ਆਮਦਨ ਅਤੇ ਬਾਜ਼ਾਰ ਕੀਮਤਾਂ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਦਾ ਹੈ। ਤਾਂ ਇਸ ਪਰਿਭਾਸ਼ਾ ਦਾ ਮਤਲਬ ਕੀ ਹੈ? ਪ੍ਰੋਫੈਸਰ ਸੈਮੂਅਲਸਨ ਕਹਿੰਦੇ ਆ ਵੀ ਇੱਕ ਉਪਭੋਗੀ ਉਸ ਸਮੇਂ ਸੰਤੁਲਨ ਵਿੱਚ ਹੁੰਦਾ ਹੈ ਜਦੋਂ ਉਹ ਆਪਣੀ ਆਮਦਨ ਦੇ ਨਾਲ ਵੱਧ ਤੋਂ ਵੱਧ ਹੈ ਸੰਤੁਸ਼ਟੀ ਜੋ ਪ੍ਰਾਪਤ ਕਰ ਲੈਂਦਾ ਹੈ। ਤਾਂ ਉਸ ਸਥਿਤੀ ਨੂੰ ਅਸੀਂ ਕਹਿੰਦੇ ਆ ਉਪਭੋਗਤਾ ਸੰਤੁਲਨ ਦੀ ਸਥਿਤੀ। ਨੈਕਸਟ ਹੈ ਸਾਡੇ ਕੋਲੇ ਉਪਭੋਗਤਾ ਸੰਤੁਲਨ ਦੀਆਂ ਮਾਨਤਾਵਾਂ ਕੀ ਹੈ। ਤਾਂ ਮਾਨਤਾਵਾਂ ਮੈਂ ਪਿੱਛੇ ਵੀ ਦੱਸਿਆ ਸੀ। ਦੇਖੋ, ਅਰਥ ਸ਼ਾਸਤਰ ਦਾ ਕੋਈ ਵੀ ਨਿਯਮ ਹੈ ਉਹ ਉਦੋਂ ਹੀ ਲਾਗੂ ਹੁੰਦਾ ਜਦੋਂ ਉਹਦੇ ਨਾਲ ਸੰਬੰਧਿਤ ਕੁਝ ਸ਼ਰਤਾਂ ਪੂਰੀਆਂ ਹੁੰਦੀਆਂ ਹੋਣ, ਤੇ ਜੋ ਇਹ ਸ਼ਰਤਾਂ ਮੰਨੀਆਂ ਜਾਂਦੀਆਂ ਉਹਨਾਂ ਨੂੰ ਅਸੀਂ ਕਹਿੰਦੇ ਆ ਉਸ ਨਿਯਮ ਦੀਆਂ ਮਾਨਤਾਵਾਂ। ਤਾਂ ਹੁਣ ਆਪਾਂ ਉਪਭੋਗਤਾ ਸੰਤੁਲਨ ਦੀਆਂ ਮਾਨਤਾਵਾਂ ਦੇਖਦੇ ਹਾਂ ਕਿਹੜੀਆਂ-ਕਿਹੜੀਆਂ। ਪਹਿਲੀ ਮਾਨਤਾ ਹੈ ਸਾਡੇ ਕੋਲ, ਜੋ ਉਪਭੋਗਤਾ ਹੈ ਉਹ ਸਮਝਦਾਰ ਹੈ ਤੇ ਉਹ ਕੀ ਹੈ ਆਪਣੀ ਆਮਦਨ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨਾ ਚਾਹੁੰਦਾ ਹੈ। ਸੈਕਿੰਡ ਹੈ ਸਾਡੇ ਕੋਲੇ ਜੋ ਤੁਸ਼ਟੀ ਗੁਣ ਹੈ ਉਹਨੂੰ ਅਸੀਂ ਗਣਨਾਵਾਚਕ ਸੰਖਿਆਵਾਂ ਦੇ ਵਿੱਚ ਮਾਪ ਸਕਦੇ ਹਾਂ। ਥਰਡ ਹੈ ਸਾਡੇ ਕੋਲੇ ਇੱਕ ਵਸਤੂ ਦੇ ਉਪਭੋਗ ਤੋਂ ਜਿੰਨੀ ਸਾਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ਉਸ ਦਾ ਦੂਸਰੀ ਵਸਤੂ ਦੇ ਉਪਭੋਗ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਫੋਰਥ ਹੈ ਸਾਡੇ ਕੋਲੇ ਜੋ ਉਪਭੋਗਤਾ ਦੀ ਰੁਚੀ ਹੈ ਉਹ ਸਥਿਰ ਰਹਿੰਦੀ ਹੈ, ਮਤਲਬ ਉਹਦੇ ਟੇਸਟ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਪਰਿਵਰਤਨ ਹੈ ਜੋ ਨਹੀਂ ਹੁੰਦਾ। ਨੰਬਰ 5 ਹੈ ਸਾਡੇ ਕੋਲੇ ਜੋ ਵਸਤੂ ਉਪਭੋਗਤਾ ਖਰੀਦ ਰਿਹਾ ਉਹਦੀ ਕੀਮਤ ਦੇ ਵਿੱਚ ਵੀ ਕਿਸੇ ਪ੍ਰਕਾਰ ਦਾ ਜੋ ਚੇਂਜ ਹੈ ਉਹ ਨਹੀਂ ਆਉਂਦਾ। ਸਿਕਸਥ ਹੈ ਸਾਡੇ ਕੋਲੇ ਜੋ ਉਪਭੋਗਤਾ ਹੈ ਉਹਦੀ ਆਮਦਨ ਦੇ ਵਿੱਚ ਵੀ ਕਿਸੇ ਪ੍ਰਕਾਰ ਦਾ ਜੋ ਚੇਂਜ ਹੈ ਉਹ ਨਹੀਂ ਆਉਂਦਾ। ਸੈਵਨਥ ਹੈ ਸਾਡੇ ਕੋਲੇ ਜੋ ਉਪਭੋਗੀ ਹੈ ਉਹਨੂੰ ਇਹ ਗਿਆਨ ਹੈ ਕਿ ਉਹ ਆਪਣੀ ਸੰਤੁਸ਼ਟੀ ਨੂੰ ਕਿਵੇਂ ਵੱਧ ਤੋਂ ਵੱਧ ਕਰ ਸਕਦਾ। ਲਾਸਟ ਹੈ ਸਾਡੇ ਕੋਲੇ
ਮੁਦਰਾ ਦਾ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ ਸਥਿਰ ਰਹਿੰਦਾ ਹੈ। ਜੇਕਰ ਇਹ ਸਾਡੀਆਂ ਮਾਨਤਾਵਾਂ ਲਾਗੂ ਹੋ ਜਾਣ ਤਾਂ ਅਸੀਂ ਉਪਭੋਗਤਾ ਦੇ ਸੰਤੁਲਨ ਦਾ ਜੋ ਅਨੁਮਾਨ ਹੈ ਉਹ ਲਗਾ ਸਕਦੇ ਹਾਂ। ਤਾਂ ਉਪਭੋਗਤਾ ਦਾ ਸੰਤੁਲਨ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਵੀ ਅਸੀਂ ਦੋ ਕੇਸਾਂ ਦੇ ਵਿੱਚ ਪੜਾਂਗੇ, ਇੱਕ ਹੈ ਇੱਕ ਵਸਤੂ ਦੇ ਸੰਬੰਧ ਵਿੱਚ ਔਰ ਇੱਕ ਹੈ ਦੋ ਵਸਤੂਆਂ ਦੇ ਸੰਬੰਧ ਵਿੱਚ। ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਵਸਤੂ ਦੇ ਸੰਬੰਧ ਵਿੱਚ ਉਪਭੋਗਤਾ ਕਿਵੇਂ ਸੰਤੁਲਨ ਦੀ ਸਥਿਤੀ ਨੂੰ ਪ੍ਰਾਪਤ ਕਰਦਾ ਉਹਦੇ ਬਾਰੇ ਪੜ੍ਹਦੇ ਹਾਂ। ਤਾਂ ਇੱਕ ਵਸਤੂ ਦੇ ਸੰਬੰਧ ਵਿੱਚ ਇਸ ਦਾ ਮਤਲਬ ਕੀ ਹੈ, ਅਸੀਂ ਉਹ ਸਥਿਤੀ ਪੜਾਂਗੇ ਜਦੋਂ ਕੀ ਹੈ ਕੋਈ ਉਪਭੋਗੀ ਇੱਕ ਹੀ ਵਸਤੂ ਖਰੀਦ ਰਿਹਾ ਹੈ ਤੇ ਅਸੀਂ ਦੱਸਣਾ ਹੈ ਵੀ ਉਹ ਇੱਕ ਵਸਤੂ ਜਦੋਂ ਖਰੀਦਦਾ ਹੈ ਤਾਂ ਉਹਦੇ ਸੰਤੁਲਨ ਦੀ ਸਥਿਤੀ ਕਿਹੜੀ ਹੁੰਦੀ ਹੈ। ਤਾਂ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੀਮਾਂਤ ਤੁਸ਼ਟੀ ਗੁਣ ਕਿਹੋ ਜਿਹਾ ਹੁੰਦਾ। ਤਾਂ ਉਹਦੇ ਬਾਰੇ ਆਪਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਕਿ ਜਿਵੇਂ ਜਿਵੇਂ ਅਸੀਂ ਇੱਕ ਵਾਧੂ ਇਕਾਈ ਦਾ ਉਪਭੋਗ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੈ ਕੁੱਲ ਤੁਸ਼ਟੀ ਗੁਣ ਵਿੱਚ ਸਾਡੇ ਚੇਂਜ ਆਉਂਦਾ ਸੀ। ਤਾਂ ਉਹਨੂੰ ਅਸੀਂ ਕਹਿੰਦੇ ਸੀਗੇ ਸੀਮਾਂਤ ਤੁਸ਼ਟੀ ਗੁਣ। ਤੇ ਜਦੋਂ ਅਸੀਂ ਸੰਬੰਧ ਵਾਲਾ ਕੁਐਸਚਨ ਪੜ੍ਹਿਆ ਸੀ ਤਾਂ ਉਹਦੇ ਵਿੱਚ ਅਸੀਂ ਦੇਖਿਆ ਸੀ ਕਿ ਹਰੇਕ ਅਗਲੀ ਇਕਾਈ ਤੋਂ ਪ੍ਰਾਪਤ ਹੋਣ ਵਾਲਾ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ ਘਟਦਾ ਜਾਂਦਾ। ਤਾਂ ਉਸ ਚੀਜ਼ ਨੂੰ ਅਸੀਂ ਕਹਿ ਦਿੰਦੇ ਹਾਂ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ। ਤਾਂ ਜੋ ਅੱਜ ਆਪਾਂ ਕੁਐਸਚਨ ਕਰਨਾ ਹੈ ਇਹਦੇ ਵਿੱਚ ਸਾਡੇ ਕੋਲੇ ਜੋ ਸੀਮਾਂਤ ਤੁਸ਼ਟੀ ਗੁਣ ਘਟਦਾ ਜਾਂਦਾ ਉਹਦੇ ਆਧਾਰ ਦੇ ਉੱਪਰ ਹੀ ਅਸੀਂ ਇਸ ਪ੍ਰਸ਼ਨ ਦੀ ਜੋ ਵਿਆਖਿਆ ਹੈ ਸਹੀ ਢੰਗ ਨਾਲ ਕਰ ਸਕਦੇ ਹਾਂ। ਤਾਂ ਇਸ ਦੇ ਸੰਬੰਧ ਨੂੰ ਸਮਝਣ ਦੇ ਲਈ ਅਸੀਂ ਇੱਕ ਟੇਬਲ ਬਣਾਉਂਦੇ ਹਾਂ। ਤਾਂ ਅਸੀਂ ਮੰਨਦੇ ਹਾਂ ਵੀ ਜੋ ਉਪਭੋਗਤਾ ਹੈ ਉਹ ਇੱਕ ਕਾਪੀ ਖਰੀਦਦਾ। ਤਾਂ ਅਸੀਂ ਰਿਪਰੈਜ਼ੈਂਟ ਕੀਤਾ ਹੋਇਆ MUC। ਇਸ ਦਾ ਮਤਲਬ ਕੀ ਹੈ, ਮਾਰਜਨਲ ਯੂਟਿਲਿਟੀ ਫਰੋਮ ਕਾਪੀ, ਯਾਨੀ ਕਾਪੀ ਤੋਂ ਪ੍ਰਾਪਤ ਹੋਣ ਵਾਲਾ ਸੀਮਾਂਤ ਤੁਸ਼ਟੀ ਗੁਣ। ਅੱਗੇ ਲਿਖਿਆ ਸੀ MUM, M ਮਤਲਬ ਮਨੀ, ਯਾਨੀ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ। ਤਾਂ ਜਦੋਂ ਮੰਨ ਲਓ ਉਪਭੋਗੀ ਨੇ ਪਹਿਲੀ ਵਸਤੂ ਦੀ ਇਕਾਈ ਖਰੀਦੀ ਤਾਂ ਪਹਿਲੀ ਇਕਾਈ ਤੋਂ ਕੀ ਹੈ ਉਹਨੂੰ ਕੁਛ ਨਾ ਕੁਛ ਤੁਸ਼ਟੀ ਗੁਣ ਹੈ ਜੋ ਜ਼ਰੂਰ ਪ੍ਰਾਪਤ ਹੋਊਗਾ। ਅਸੀਂ ਮੰਨ ਲੈਂਦੇ ਹਾਂ ਵੀ ਉਹਨੂੰ 10 ਇਕਾਈਆਂ ਜੋ ਤੁਸ਼ਟੀ ਗੁਣ ਹੈ ਉਹ ਪ੍ਰਾਪਤ ਹੋਇਆ। ਮੰਨ ਲਓ ਜਦੋਂ ਉਹਨੇ ਦੂਜੀ ਇਕਾਈ ਖਰੀਦੀ ਤਾਂ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ ਸਾਡਾ ਦੱਸਦਾ ਵੀ ਜਦੋਂ ਅਸੀਂ ਇੱਕ ਵਾਧੂ ਇਕਾਈ ਲੈਂਦੇ ਹਾਂ ਤਾਂ ਅਗਲੀ ਇਕਾਈ ਤੋਂ ਮਿਲਣ ਵਾਲਾ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ ਘਟ ਜਾਂਦਾ। ਯਾਨੀ ਜੇ ਪਹਿਲੀ ਇਕਾਈ ਤੋਂ ਸਾਨੂੰ 10 ਮਿਲਿਆ ਤਾਂ ਅਗਲੀ ਇਕਾਈ ਤੇ ਸਾਨੂੰ 9 ਜਾਂ 8 ਪ੍ਰਾਪਤ ਹੋਊਗਾ। ਤਾਂ ਮੰਨ ਲਓ ਮੈਂ 8 ਲਿਖ ਲਿਆ। ਫਿਰ ਅਸੀਂ ਤੀਸਰੀ ਇਕਾਈ ਖਰੀਦੀ ਤਾਂ ਸੀਮਾਂਤ ਤੁਸ਼ਟੀ ਗੁਣ ਸਾਡਾ ਹੋਰ ਘਟ ਜੂਗਾ। ਜਦੋਂ ਅਸੀਂ ਚੌਥੀ ਇਕਾਈ ਖਰੀਦੀ ਸੀਮਾਂਤ ਤੁਸ਼ਟੀ ਗੁਣ ਸਾਡਾ ਹੋਰ ਘਟ ਜੂਗਾ। ਜਦੋਂ ਅਸੀਂ ਪੰਜਵੀਂ ਇਕਾਈ ਖਰੀਦੀ ਸਾਡਾ ਸੀਮਾਂਤ ਤੁਸ਼ਟੀ ਗੁਣ ਹੈ ਜੋ ਹੋਰ ਘਟ ਜੂਗਾ। ਤਾਂ ਹੁਣ ਆਪਾਂ ਇੱਕ ਮਾਨਤਾ ਪੜ੍ਹੀ ਸੀ ਕਿ ਜੋ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ ਹੈ ਉਹ ਸਥਿਰ ਰਹਿੰਦਾ। ਤਾਂ ਇਸ ਕਰਕੇ ਮੈਂ ਮੰਨ ਲੈਂਦਾ ਵੀ ਜੋ ਸਾਡੇ ਕੋਲ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ ਹੈ ਉਹ 6 ਇਕਾਈਆਂ ਹੈ। ਹੁਣ ਅਗਰ ਅਸੀਂ ਦੇਖੀਏ 10 ਇਕਾਈਆਂ ਸੀਮਾਂਤ ਤੁਸ਼ਟੀ ਗੁਣ ਸਾਨੂੰ ਪ੍ਰਾਪਤ ਹੋਇਆ ਔਰ 6 ਇਕਾਈਆਂ ਸਾਡਾ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ ਮੁਦਰਾ ਦੇ ਰੂਪ ਵਿੱਚ ਚਲਾ ਗਿਆ। ਤਾਂ ਸਾਨੂੰ ਬੈਨੀਫਿਟ ਕਿੰਨੇ ਦਾ ਹੋ ਰਿਹਾ ਹੈਗਾ 4 ਇਕਾਈਆਂ ਦਾ, ਕਿਉਂਕਿ 10 ਸਾਨੂੰ ਮਿਲਿਆ ਸੀ ਔਰ 6 ਸਾਡਾ ਚਲਾ ਗਿਆ। ਨੈਕਸਟ ਹੈ ਸਾਡੇ ਕੋਲੇ 8 ਇਕਾਈਆਂ ਸਾਨੂੰ ਸੀਮਾਂਤ ਤੁਸ਼ਟੀ ਗੁਣ ਮਿਲ ਰਿਹਾ, 6 ਸਾਡਾ ਮੁਦਰਾ ਦੇ ਰੂਪ ਵਿੱਚ ਚਲਾ ਗਿਆ। ਤਾਂ ਸਾਨੂੰ ਕਿੰਨਾ ਵਾਧੂ ਪ੍ਰਾਪਤ ਹੋ ਰਿਹਾ 2 ਇਕਾਈਆਂ। ਫਿਰ ਇੱਥੇ ਅਸੀਂ ਦੇਖਦੇ ਹਾਂ 6 ਇਕਾਈਆਂ ਸਾਨੂੰ ਪ੍ਰਾਪਤ ਹੋਇਆ, 6 ਇਕਾਈਆਂ ਹੀ ਸਾਡਾ ਚਲਾ ਗਿਆ। ਤਾਂ ਸਾਡਾ ਬੈਨੀਫਿਟ ਹੈ ਜੋ 0 ਰਹਿ ਜੂਗਾ। ਜਦੋਂ ਅਸੀਂ ਚੌਥੀ ਇਕਾਈ ਲੈਂਦੇ ਹਾਂ ਤਾਂ ਸਾਨੂੰ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ 4 ਪ੍ਰਾਪਤ ਹੁੰਦਾ ਪਰ 6 ਸਾਡਾ ਚਲਾ ਜਾਂਦਾ। ਤਾਂ ਇਸ ਦਾ ਮਤਲਬ ਕੀ ਹੈ ਇੱਥੇ ਸਾਡੇ ਤੁਸ਼ਟੀ ਗੁਣ ਦੇ ਵਿੱਚ ਕਮੀ ਆ ਗਈ। ਜਦੋਂ ਅਸੀਂ ਅਗਲੀ ਇਕਾਈ ਲੈਂਦੇ ਹਾਂ ਤਾਂ ਸਾਡੇ ਤੁਸ਼ਟੀ ਗੁਣ ਦੇ ਵਿੱਚ ਜੋ ਹੋਰ ਕਮੀ ਹੈ ਉਹ ਆ ਜਾਂਦੀ ਹੈ। ਤਾਂ ਕੋਈ ਵੀ ਉਪਭੋਗਤਾ ਕਦੋਂ ਤੱਕ ਸੰਤੁਲਨ ਦੀ ਅਵਸਥਾ ਵਿੱਚ ਹੁੰਦਾ ਹੈ ਜਦੋਂ ਤੱਕ ਕੀ ਹੈ ਉਹਨੂੰ ਕੁਛ ਨਾ ਕੁਛ ਜਿਹੜਾ ਬੈਨੀਫਿਟ ਹੈ ਉਹ ਜ਼ਰੂਰ ਹੁੰਦਾ ਰਹੇ, ਜਾਂ ਕਈ ਵਾਰੀ ਉਹ ਕੀ ਹੈ ਉਸ ਸਥਿਤੀ ਵਿੱਚ ਵੀ ਸੰਤੁਲਨ ਵਿੱਚ ਹੁੰਦਾ ਜਦੋਂ ਜਿੰਨੀ ਉਹਨੇ ਕੋਈ ਚੀਜ਼ ਪ੍ਰਾਪਤ ਕੀਤੀ ਹੋਵੇ ਔਰ ਓਨੀ ਹੀ ਉਹ ਕਿਸੇ ਨੂੰ ਦੇ ਦਿੰਦਾ ਹੋਵੇ।
ਜਿਵੇਂ ਜਿਵੇਂ 6 ਇਕਾਈਆਂ ਸੀਮਾਂਤ ਤੁਸ਼ਟੀ ਗੁਣਾਂ ਨੂੰ ਪ੍ਰਾਪਤ ਹੋਇਆ ਔਰ 6 ਇਕਾਈਆਂ ਹੀ ਉਹਦਾ ਤੁਸ਼ਟੀ ਗੁਣ ਹੈ ਜੋ ਚਲਾ ਗਿਆ। ਤਾਂ ਅਗਰ ਅਸੀਂ ਦੇਖਦੇ ਹਾਂ ਤਾਂ ਸਾਨੂੰ ਬੈਨੀਫਿਟ ਕੁਝ ਵੀ ਨਹੀਂ ਹੋ ਰਿਹਾ, ਪਰ ਇਹ ਵੀ ਕੀ ਹੈ, ਉਪਭੋਗਤਾ ਦੇ ਸੰਤੁਲਨ ਦੀ ਸਥਿਤੀ ਹੈ। ਕਿਉਂਕਿ ਇਹਦਾ ਕਾਰਨ ਕੀ, ਅਸੀਂ ਇਹਨੂੰ ਸਥਿਤੀ ਇੱਦਾਂ ਕਿਉਂ ਮੰਨ ਲੈਂਦੇ ਹਾਂ। ਜਿਵੇਂ ਮੰਨ ਲਓ ਅਸੀਂ ਕੋਈ ਪੈਨ 5 ਰੁਪਏ ਦਾ ਖਰੀਦਿਆ ਔਰ ਅਸੀਂ ਇਹ ਕੋਸ਼ਿਸ਼ ਕਰੀਏ ਵੀ ਉਹਨੂੰ 7 ਜਾਂ 8 ਰੁਪਏ ਦਾ ਵੇਚੀਏ। ਮੰਨ ਲਓ ਕਿਸੇ ਕਾਰਨ ਕਰਕੇ ਉਹ ਪੈਨ ਹੈ ਜੋ 7 ਜਾਂ 8 ਰੁਪਏ ਦਾ ਨਹੀਂ ਵਿਕਦਾ, ਤਾਂ ਸਾਡੇ ਮਾਈਂਡ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਕੋਈ ਗੱਲ ਨਹੀਂ, ਜੇ ਵੱਧ ਕਮਾਈ ਨਹੀਂ ਹੋ ਰਹੀ ਤਾਂ ਘੱਟੋ ਘੱਟ ਸਾਡੀ ਚੀਜ਼ ਓਨੇ ਦੀ ਜ਼ਰੂਰ ਵਿਕ ਜੇ ਜਿੰਨੇ ਦੀ ਅਸੀਂ ਖਰੀਦੀ ਹੈ। ਤਾਂ ਉਸ ਸਥਿਤੀ ਨੂੰ ਅਸੀਂ ਸੰਤੁਲਨ ਦੀ ਸਥਿਤੀ ਮੰਨਦੇ ਹਾਂ। ਤਾਂ ਇਸ ਕਰਕੇ ਕੀ ਹੈ, ਜਦੋਂ 6 ਇਕਾਈਆਂ ਉਹਨੂੰ ਪ੍ਰਾਪਤ ਹੋਇਆ ਔਰ 6 ਇਕਾਈਆਂ ਹੀ ਉਹਦਾ ਤੁਸ਼ਟੀ ਗੁਣ ਚਲਾ ਗਿਆ, ਤਾਂ ਇਸ ਸਥਿਤੀ ਨੂੰ ਵੀ ਅਸੀਂ ਕੀ ਮੰਨਾਂਗੇ, ਉਪਭੋਗਤਾ ਸੰਤੁਲਨ ਦੀ ਸਥਿਤੀ ਮੰਨਾਂਗੇ। ਹੁਣ ਇਹਨੂੰ ਆਪਾਂ ਇੱਕ ਰੇਖਾ ਚਿੱਤਰ ਦੇ ਜ਼ਰੀਏ ਸਮਝਦੇ ਹਾਂ। ਤਾਂ ਰੇਖਾ ਚਿੱਤਰ ਦੇ ਵਿੱਚ ਅਸੀਂ OY ਅਕਸ਼ ਦੇ ਉੱਪਰ ਮੰਨ ਲਿਆ ਕਿ ਸਾਡਾ ਸੀਮਾਂਤ ਤੁਸ਼ਟੀ ਗੁਣ ਹੈ ਤੇ OX ਅਕਸ਼ ਦੇ ਉੱਪਰ ਅਸੀਂ ਮੰਨ ਲਿਆ ਕਿ ਸਾਡੀਆਂ ਇਕਾਈਆਂ ਦਿਖਾਈਆਂ ਗਈਆਂ। ਤਾਂ ਸਭ ਤੋਂ ਪਹਿਲਾਂ ਆਪਾਂ ਜੋ ਸਾਨੂੰ ਕਾਪੀ ਤੋਂ ਸੀਮਾਂਤ ਤੁਸ਼ਟੀ ਗੁਣ ਪ੍ਰਾਪਤ ਹੁੰਦਾ ਉਹਦੀ ਗੱਲ ਕਰਦੇ ਹਾਂ। ਜਦੋਂ ਅਸੀਂ ਪਹਿਲੀ ਇਕਾਈ ਖਰੀਦੀ ਤਾਂ ਸਾਨੂੰ 10 ਇਕਾਈਆਂ ਸੀਮਾਂਤ ਤੁਸ਼ਟੀ ਗੁਣ ਮਿਲਿਆ। ਤਾਂ ਪਹਿਲੀ ਇਕਾਈ ਦੇ ਸਾਹਮਣੇ ਅਸੀਂ 10 ਤੱਕ ਹੈ ਜੋ ਇਹਨੂੰ ਮੈਚ ਕਰਾਂਗੇ। ਡਾਇਗਰਾਮ ਆਪਾਂ ਪੈਨਸਲ ਦੇ ਨਾਲ ਹੀ ਬਣਾਉਣੇ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਤਾਂ ਦੂਸਰੀ ਇਕਾਈ ਤੇ ਸਾਡਾ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ 8 ਹੈ, ਤਾਂ ਅਸੀਂ ਇਹਨੂੰ ਇਸ ਤਰ੍ਹਾਂ ਮੈਚ ਕਰ ਦਾਂਗੇ। ਤੀਸਰੀ ਇਕਾਈ ਤੇ ਜੋ ਸਾਡਾ ਸੀਮਾਂਤ ਤੁਸ਼ਟੀ ਗੁਣ ਹੈ ਉਹ 6 ਹੈ, ਤਾਂ ਅਸੀਂ ਇਹਨੂੰ ਇਸ ਤਰ੍ਹਾਂ ਮੈਚ ਕਰ ਦਾਂਗੇ। ਚੌਥੀ ਇਕਾਈ ਤੇ ਸਾਡੇ ਕੋਲੇ ਸੀਮਾਂਤ ਤੁਸ਼ਟੀ ਗੁਣ ਹੈ ਸਾਡਾ 4। ਫਿਰ ਸਾਡੇ ਕੋਲੇ ਪੰਜਵੀਂ ਇਕਾਈ ਤੇ ਸਾਡਾ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ 2 ਹੈ। ਹੁਣ ਅਸੀਂ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ ਦਿਖਾਵਾਂਗੇ। ਤਾਂ ਪਹਿਲੀ ਇਕਾਈ ਤੇ ਮੁਦਰਾ ਦਾ ਸੀਮਾਂਤ ਤੁਸ਼ਟੀ ਗੁਣ ਸਾਡੇ ਕੋਲੇ ਹੈ 6, ਦੂਜੀ ਇਕਾਈ ਤੇ ਵੀ 6, ਤੀਸਰੀ ਇਕਾਈ ਤੇ ਵੀ 6, ਚੌਥੀ ਇਕਾਈ ਤੇ ਵੀ 6 ਔਰ ਪੰਜਵੀਂ ਇਕਾਈ ਤੇ ਵੀ 6। ਤਾਂ ਇਸ ਤਰ੍ਹਾਂ ਕੀ ਹੈ, ਸਾਡੇ ਕੋਲੇ ਇੱਕ ਬਿਲਕੁਲ ਸਿੱਧੀ ਰੇਖਾ ਬਣੇਗੀ। ਇਹ ਸਾਡਾ ਹੋ ਗਿਆ MUM। ਤਾਂ ਹੁਣ ਅਸੀਂ ਦੇਖਦੇ ਹਾਂ, ਅਗਰ ਆਪਾਂ ਇਹਨਾਂ ਪੁਆਇੰਟਾਂ ਨੂੰ ਮਿਲਾ ਦਿੰਨੇ ਆ ਤਾਂ ਇਹ ਸਾਡਾ ਕੀ ਬਣਦਾ ਹੈਗਾ, MUC ਯਾਨੀ ਪ੍ਰਾਪਤ ਸੀਮਾਂਤ ਤੁਸ਼ਟੀ ਗੁਣ। ਹੁਣ ਜੇਕਰ ਅਸੀਂ ਦੇਖੀਏ ਤਾਂ ਪਹਿਲੀ ਇਕਾਈ ਦੇ ਉਪਭੋਗ ਸਮੇਂ ਸਾਨੂੰ ਜੋ ਹੈ 10 ਇਕਾਈਆਂ ਸੀਮਾਂਤ ਤੁਸ਼ਟੀ ਗੁਣ ਪ੍ਰਾਪਤ ਹੋਇਆ, ਪਰ ਸਾਡਾ ਮੁਦਰਾ ਦੇ ਰੂਪ ਵਿੱਚ 6 ਇਕਾਈਆਂ ਤੁਸ਼ਟੀ ਗੁਣ ਹੈ ਜੋ ਚਲਾ ਗਿਆ। ਤਾਂ ਆਹ ਹਿੱਸਾ ਸਾਨੂੰ ਕੀ ਹੈ, ਵੱਧ ਪ੍ਰਾਪਤ ਹੋ ਰਿਹਾ। ਇਹ ਕੀ ਹੈ, ਸਾਡੀ ਬੈਨੀਫਿਟ ਯਾਨੀ ਸੰਤੁਲਨ ਦੀ ਅਵਸਥਾ। ਫਿਰ ਜਦੋਂ ਅਸੀਂ ਦੂਸਰੀ ਇਕਾਈ ਦਾ ਉਪਭੋਗ ਕਰਦੇ ਹਾਂ ਤਾਂ ਨੀਚੇ ਵਾਲਾ ਹਿੱਸਾ ਤਾਂ ਮੁਦਰਾ ਦੇ ਰੂਪ ਵਿੱਚ ਚਲਾ ਗਿਆ, ਪਰ ਇਹਨਾਂ ਦਾ ਹਿੱਸਾ ਕੀ ਹੈ, ਸਾਨੂੰ ਬੈਨੀਫਿਟ ਦੇ ਰੂਪ ਵਿੱਚ ਮਿਲ ਰਿਹਾ। ਇਸੇ ਤਰ੍ਹਾਂ ਜਦੋਂ ਅਸੀਂ ਤੀਸਰੀ ਇਕਾਈ ਦਾ ਉਪਭੋਗ ਕਰਦੇ ਹਾਂ ਤਾਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਤਾਂ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਸਾਡੀ ਸੰਤੁਲਨ ਦੀ ਅਵਸਥਾ ਹੈ। ਯਾਨੀ ਇਸ ਤੋਂ ਪਹਿਲਾਂ ਜਿੰਨਾ ਵੀ ਹਿੱਸਾ ਸਾਡੇ ਕੋਲੇ ਹੈ ਉਹ ਉਪਭੋਗਤਾ ਦੇ ਸੰਤੁਲਨ ਦੀ ਸਥਿਤੀ ਹੈ। ਅਗਰ ਉਹ ਇਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਤੁਸ਼ਟੀ ਗੁਣ ਦੇ ਵਿੱਚ ਹੈ ਜੋ ਕਮੀ ਆ ਜਾਂਦੀ ਹੈ। ਔਰ ਅਸੀਂ ਸਟਾਰਟਿੰਗ ਦੇ ਵਿੱਚ ਡੈਫੀਨੇਸ਼ਨ 'ਚ ਇਹੀ ਕਿਹਾ ਸੀ ਕਿ ਉਹ ਕੀ ਹੈ, ਜਦੋਂ ਸੰਤੁਲਨ ਦੀ ਅਵਸਥਾ ਵਿੱਚ ਹੁੰਦਾ ਹੈ ਕਿਸੇ ਪ੍ਰਕਾਰ ਦਾ ਪਰਿਵਰਤਨ ਹੈ ਜੋ ਕਰਨਾ ਪਸੰਦ ਨਹੀਂ ਕਰਦਾ। ਕਿਉਂਕਿ ਜੇ ਮੰਨ ਲਓ ਉਹ ਤੀਸਰੀ ਇਕਾਈ ਤੋਂ ਚੌਥੀ ਇਕਾਈ ਖਰੀਦੂਗਾ, ਮਤਲਬ ਪਰਿਵਰਤਨ ਕਰੂਗਾ, ਤਾਂ ਉਹਦੀ ਸੰਤੁਸ਼ਟੀ ਦੇ ਵਿੱਚ ਆ ਦੇਖੋ ਪਹਿਲਾਂ ਦੇ ਮੁਕਾਬਲੇ ਕਮੀ ਆ ਗਈ ਹੈ। ਤਾਂ ਇਹ ਸਾਡਾ ਪ੍ਰਸ਼ਨ ਸੀਗਾ ਕਿ ਇੱਕ ਵਸਤੂ ਦੇ ਸੰਬੰਧ ਵਿੱਚ ਉਪਭੋਗੀ ਸੰਤੁਲਨ ਦੀ ਅਵਸਥਾ ਵਿੱਚ ਕਦੋਂ ਹੁੰਦਾ ਹੈ। ਹੁਣ ਅਸੀਂ ਦੂਸਰਾ ਕੁਐਸਚਨ ਕਰਦੇ ਹਾਂ, ਜਦੋਂ ਉਪਭੋਗੀ ਦੋ ਵਸਤੂਆਂ ਖਰੀਦਦਾ ਤੇ ਉਹ ਸੰਤੁਲਨ ਦੀ ਅਵਸਥਾ ਨੂੰ ਕਿਵੇਂ ਪ੍ਰਾਪਤ ਕਰਦਾ। ਹੁਣ ਅਸੀਂ ਉਹ ਕੇਸ ਪੜਾਂਗੇ ਜਦੋਂ ਕੀ ਆ, ਉਪਭੋਗੀ ਦੋ ਵਸਤੂਆਂ ਖਰੀਦਦਾ ਔਰ ਦੋ ਵਸਤੂਆਂ ਦੇ ਮਾਮਲੇ ਦੇ ਵਿੱਚ ਉਹ ਕਿਵੇਂ ਸੰਤੁਲਨ ਦੀ ਅਵਸਥਾ ਨੂੰ ਪ੍ਰਾਪਤ ਕਰਦਾ, ਉਹਨੂੰ ਆਪਾਂ ਇੱਕ ਉਦਾਹਰਨ ਦੇ ਨਾਲ ਸਮਝਦੇ ਹਾਂ। ਮੰਨ ਲਓ ਕਿਸੇ ਉਪਭੋਗੀ ਕੋਲ 5 ਰੁਪਏ ਹੈ ਔਰ ਉਹ ਇਹਨਾਂ 5 ਰੁਪਇਆਂ ਦੇ ਨਾਲ ਦੋ ਵਸਤੂਆਂ ਖਰੀਦਣੀਆਂ ਚਾਹੁੰਦਾ ਹੈ। ਔਰ ਉਹ ਦੋ ਵਸਤੂਆਂ ਮੰਨ ਲਓ ਕਿਹੜੀਆਂ ਖਰੀਦਦਾ, ਇੱਕ ਕਾਪੀ ਤੇ ਇੱਕ ਪੈਨ। ਔਰ ਆਪਾਂ ਇਹ ਵੀ ਮੰਨ ਲੈਂਦੇ ਹਾਂ ਵੀ 1 ਰੁਪਏ ਦਾ ਹੀ ਇੱਕ ਪੈਨ ਆਉਂਦਾ ਔਰ 1 ਰੁਪਏ ਦੀ ਹੀ ਇੱਕ
ਕਾਪੀ ਆਉਂਦੀ ਹੈ। ਤਾਂ ਹੁਣ ਆਪਾਂ ਇੱਕ ਟੇਬਲ ਬਣਾਉਂਦੇ ਹਾਂ, ਜੋ ਟੇਬਲ ਕੀ ਰਿਪਰੈਜ਼ੈਂਟ ਕਰਦਾ ਹੋਊਗਾ ਕਿ ਸਾਨੂੰ ਕਾਪੀ ਤੇ ਪੈਨ ਤੋਂ ਕਿੰਨਾ ਕਿੰਨਾ ਸੀਮਾਂਤ ਤੁਸ਼ਟੀ ਗੁਣ ਹੈ ਜੋ ਪ੍ਰਾਪਤ ਹੁੰਦਾ ਹੈ। ਤਾਂ ਅਸੀਂ ਇੱਕ ਪਾਸੇ ਮੁਦਰਾ ਦੀਆਂ ਇਕਾਈਆਂ ਲਿਖਤੀਆਂ, ਇੱਕ ਪਾਸੇ ਅਸੀਂ ਲਿਖਤਾ MUC मतलब ਕਾਪੀ ਤੋਂ ਪ੍ਰਾਪਤ ਸੀਮਾਂਤ ਤੁਸ਼ਟੀ ਗੁਣ, MUP मतलब ਪੈਨ ਤੋਂ ਪ੍ਰਾਪਤ ਸੀਮਾਂਤ ਤੁਸ਼ਟੀ ਗੁਣ। ਔਰ ਰੁਪਈਆਂ ਦੀ ਅਸੀਂ ਗੱਲ ਕੀਤੀ ਸੀ ਕਿ ਸਾਡੇ ਕੋਲੇ 5 ਰੁਪਏ ਹੈ, ਤਾਂ ਮੈਂ ਮੁਦਰਾ ਦੀਆਂ ਇਕਾਈਆਂ ਲਿਖਤੀਆਂ 1 ਤੋਂ ਲੈ ਕੇ 5 ਤੱਕ। ਤਾਂ ਹੁਣ ਅਸੀਂ ਮੰਨਦੇ ਹਾਂ ਕਿ ਜਦੋਂ ਅਸੀਂ ਪਹਿਲੀ ਇਕਾਈ मतलब ਪਹਿਲਾ ਰੁਪਇਆ ਖਰਚ ਕੀਤਾ ਤਾਂ ਸਾਨੂੰ ਮੰਨ ਲਓ ਜੋ ਕਾਪੀ ਹੈ ਉਸ ਤੋਂ 12 ਇਕਾਈਆਂ ਸੀਮਾਂਤ ਤੁਸ਼ਟੀ ਗੁਣ ਪ੍ਰਾਪਤ ਹੋਇਆ। ਫਿਰ ਜਦੋਂ ਅਸੀਂ ਕਾਪੀ ਦੀ ਦੂਸਰੀ ਇਕਾਈ ਖਰੀਦਾਂਗੇ ਤਾਂ ਜੋ ਤੁਸ਼ਟੀ ਗੁਣ ਹੈ ਪਹਿਲਾਂ ਦੇ ਮੁਕਾਬਲੇ ਸਾਨੂੰ ਘੱਟ ਪ੍ਰਾਪਤ ਹੋਊਗਾ, ਕਿਉਂਕਿ ਸਾਡਾ ਘਟਦੇ ਸੀਮਾਂਤ ਤੁਸ਼ਟੀ ਗੁਣ ਦਾ ਨਿਯਮ ਇਹੀ ਕਹਿੰਦਾ ਹੈ ਵੀ ਅਗਲੀ ਇਕਾਈ ਤੋਂ ਮਿਲਣ ਵਾਲਾ ਜੋ ਸੀਮਾਂਤ ਤੁਸ਼ਟੀ ਗੁਣ ਹੈ ਉਹ ਘਟਦਾ ਜਾਂਦਾ ਹੈ। ਫਿਰ ਜਦੋਂ ਤੀਸਰੀ ਇਕਾਈ ਖਰੀਦੀ, ਮੰਨ ਲਓ ਸਾਨੂੰ 8 ਇਕਾਈਆਂ ਤੁਸ਼ਟੀ ਗੁਣ ਪ੍ਰਾਪਤ ਹੋਇਆ। ਚੌਥੀ ਇਕਾਈ ਖਰੀਦੀ, ਮੰਨ ਲਓ 6 ਪ੍ਰਾਪਤ ਹੋਇਆ। ਪੰਜਵੀਂ ਇਕਾਈ ਖਰੀਦੀ ਤਾਂ ਮੰਨ ਲਓ 4 ਇਕਾਈਆਂ ਜੋ ਤੁਸ਼ਟੀ ਗੁਣ ਹੈ ਸਾਨੂੰ ਪ੍ਰਾਪਤ ਹੋਇਆ। ਉਸੇ ਤਰ੍ਹਾਂ ਜੇਕਰ ਅਸੀਂ ਪਹਿਲਾ ਰੁਪਇਆ ਪੈਨ ਦੇ ਉਪਭੋਗ ਦੇ ਉੱਪਰ ਖਰਚ ਕਰਦੇ ਹਾਂ ਤਾਂ ਪੈਨ ਤੋਂ ਵੀ ਸਾਨੂੰ ਕੋਈ ਨਾ ਕੋਈ ਤੁਸ਼ਟੀ ਗੁਣ ਪ੍ਰਾਪਤ ਹੋਊਗਾ। ਉਹ ਮੰਨ ਲਿਆ ਵੀ ਸਾਨੂੰ 10 ਇਕਾਈਆਂ ਸੀਮਾਂਤ ਤੁਸ਼ਟੀ ਗੁਣ ਹੈ ਜੋ ਪ੍ਰਾਪਤ ਹੋਇਆ। ਫਿਰ ਦੂਸਰੀ ਇਕਾਈ ਜਦੋਂ ਖਰੀਦੀ ਤਾਂ ਤੁਸ਼ਟੀ ਗੁਣ ਹੈ ਜੋ ਪਹਿਲਾਂ ਦੇ ਮੁਕਾਬਲੇ ਘਟ ਜੂਗਾ। ਅਗਲੀ ਇਕਾਈ ਖਰੀਦਾਂਗੇ ਤਾਂ ਸੀਮਾਂਤ ਤੁਸ਼ਟੀ ਗੁਣ ਹੋਰ ਘਟ ਜੂਗਾ। ਉਸ ਤੋਂ ਅਗਲੀ ਇਕਾਈ ਵੇਲੇ ਹੋਰ ਘਟ ਜਾਏਗਾ। ਉਸ ਤੋਂ ਅਗਲੀ ਇਕਾਈ ਵੇਲੇ ਹੋਰ ਘਟ ਜਾਏਗਾ। ਤਾਂ ਹੁਣ ਅਸੀਂ ਇਹ ਦੇਖਦੇ ਹਾਂ ਕਿ ਉਪਭੋਗੀ ਕਾਪੀ ਦੀਆਂ ਕਿੰਨੀਆਂ ਇਕਾਈਆਂ ਖਰੀਦੇ ਔਰ ਪੈਨ ਦੀਆਂ ਕਿੰਨੀਆਂ ਇਕਾਈਆਂ ਖਰੀਦੇ ਤਾਂ ਕਿ ਜੋ ਉਹਨੂੰ ਪ੍ਰਾਪਤ ਹੋਣ ਵਾਲੀ ਸੰਤੁਸ਼ਟੀ ਹੈ ਉਹ ਵੱਧ ਤੋਂ ਵੱਧ ਹੋਵੇ। ਹੁਣ ਆਪਾਂ ਅਲੱਗ-ਅਲੱਗ ਪ੍ਰਕਾਰ ਦੇ ਇਹਨਾਂ ਦੇ ਪੇਅਰ ਬਣਾਉਂਦੇ ਹਾਂ ਔਰ ਵੇਖਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਕਿਹੜੇ ਪੇਅਰ ਤੋਂ ਮਿਲਦੀ ਹੈ। ਤਾਂ ਪਹਿਲਾ ਪੇਅਰ ਅਸੀਂ ਬਣਾਇਆ, ਮੰਨ ਲਓ ਉਹ 5 ਕਾਪੀਆਂ ਖਰੀਦਦਾ ਤੇ ਪੈਨ ਹੈ ਜੋ ਉਹ ਇੱਕ ਵੀ ਨਹੀਂ ਖਰੀਦਦਾ। ਤਾਂ ਹੁਣ ਅਸੀਂ 5 ਕਾਪੀਆਂ ਦਾ ਜੋ ਸਾਨੂੰ ਸੀਮਾਂਤ ਤੁਸ਼ਟੀ ਗੁਣ ਪ੍ਰਾਪਤ ਹੋਇਆ ਉਹ ਲਿਖਦੇ ਹਾਂ। 12 + 10 22, 22 ਤੇ 8 30, 30 ਤੇ 6 36 ਤੇ 4 40। ਯਾਨੀ ਸਾਨੂੰ ਜੇਕਰ ਅਸੀਂ 5 ਕਾਪੀਆਂ ਖਰੀਦਦੇ ਹਾਂ ਤੇ ਪੈਨ ਕੋਈ ਵੀ ਨਹੀਂ ਖਰੀਦਦੇ ਤਾਂ ਸਾਨੂੰ ਜੋ ਤੁਸ਼ਟੀ ਗੁਣ ਪ੍ਰਾਪਤ ਹੁੰਦਾ ਉਹ ਹੈ 40 ਇਕਾਈਆਂ। ਫਿਰ ਅਸੀਂ ਇਹ ਮੰਨ ਲੈਂਦੇ ਹਾਂ ਵੀ ਅਸੀਂ 4 ਤਾਂ ਖਰੀਦੀਆਂ ਕਾਪੀਆਂ ਔਰ 1 ਖਰੀਦਿਆ ਪੈਨ। ਤਾਂ ਫਿਰ ਅਸੀਂ ਕੀ ਕਰਾਂਗੇ, ਕਾਪੀ ਦੀਆਂ ਪਹਿਲੀਆਂ 4 ਇਕਾਈਆਂ ਲਵਾਂਗੇ ਤੇ ਪੈਨ ਦੀ 1 ਇਕਾਈ। ਤਾਂ ਕਾਪੀ ਦੀਆਂ ਪਹਿਲੀਆਂ 4 ਇਕਾਈਆਂ ਦਾ ਜੋੜ ਬਣਦਾ ਸਾਡੇ ਕੋਲੇ 12 ਤੇ 10 22, 22 ਤੇ 8 30, 30 ਤੇ 6 36 ਔਰ ਪੈਨ ਦੀ 1 ਇਕਾਈ ਦਾ ਕਿੰਨਾ ਹੈ ਸਾਡੇ ਕੋਲੇ 10। ਤਾਂ ਟੋਟਲ ਸਾਨੂੰ ਕਿੰਨਾ ਤੁਸ਼ਟੀ ਗੁਣ ਪ੍ਰਾਪਤ ਹੋਇਆ 46। ਫਿਰ ਅਸੀਂ ਮੰਨ ਲੈਂਦੇ ਹਾਂ ਵੀ ਅਸੀਂ 3 ਕਾਪੀਆਂ ਖਰੀਦੀਆਂ ਤੇ 2 ਅਸੀਂ ਖਰੀਦੇ ਪੈਨ। ਤਾਂ ਹੁਣ ਅਸੀਂ ਇਹਨਾਂ ਦਾ ਜੋੜ ਚੈੱਕ ਕਰਦੇ ਹਾਂ ਵੀ ਸਾਨੂੰ ਕਿੰਨਾ ਪ੍ਰਾਪਤ ਹੁੰਦਾ। ਤਾਂ 3 ਕਾਪੀਆਂ ਦਾ 12 + 10 22, 22 ਤੇ 8 30 ਤੇ 2 ਪੈਨਾਂ ਦਾ 10 + 8 18। ਤਾਂ ਟੋਟਲ ਇਹ ਹੋ ਗਿਆ 48। ਹੁਣ ਅਸੀਂ ਦੇਖਦੇ ਹਾਂ ਵੀ ਅਸੀਂ ਕਾਪੀਆਂ 2 ਲਈਆਂ ਤੇ ਪੈਨ ਹੈ ਜੋ 3 ਲਏ। ਤਾਂ ਅਸੀਂ ਚੈੱਕ ਕਰਦੇ ਹਾਂ ਕਿ ਇਹਨਾਂ ਤੋਂ ਸਾਨੂੰ ਕਿੰਨਾ ਸੀਮਾਂਤ ਤੁਸ਼ਟੀ ਗੁਣ ਮਿਲਦਾ ਹੈ। ਤਾਂ 2 ਕਾਪੀਆਂ ਯਾਨੀ 12 + 10 22, 3 ਪੈਨ 10 + 8 18 ਤੇ 6 24। ਤਾਂ ਟੋਟਲ ਕਰਾਂਗੇ ਇਹਨਾਂ ਦਾ 46। ਫਿਰ ਅਸੀਂ ਮੰਨਿਆ ਕਿ ਅਸੀਂ 1 ਕਾਪੀ ਲਈ ਤੇ 4 ਅਸੀਂ ਖਰੀਦੇ ਪੈਨ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਸਾਨੂੰ ਇਹਨਾਂ ਤੋਂ ਕਿੰਨੀ ਸੰਤੁਸ਼ਟੀ ਹੈ ਜੋ ਪ੍ਰਾਪਤ ਹੁੰਦੀ ਹੈ। ਕਾਪੀ ਦੀ 1 ਇਕਾਈ ਤੋਂ 12 ਔਰ ਪੈਨ ਦੀਆਂ 4, 10 + 8 18 + 6 24, 24 + 4 28। ਤਾਂ ਇਹ ਸਾਡਾ ਟੋਟਲ ਹੋ ਗਿਆ 40। ਫਿਰ ਅਸੀਂ ਕਿਹਾ ਜੀ ਕਾਪੀ ਅਸੀਂ ਕੋਈ ਵੀ ਨਹੀਂ ਖਰੀਦੀ ਤੇ ਪੈਨ ਹੈ ਜੋ ਅਸੀਂ 5 ਲਏ। ਤਾਂ ਜਦੋਂ ਅਸੀਂ 5 ਪੈਨਾਂ ਤੋਂ ਪ੍ਰਾਪਤ ਇਕਾਈਆਂ ਦਾ ਜੋੜ ਕਰਦੇ ਹਾਂ ਤਾਂ 10 + 8 18, 18 ਤੇ 6 24, 24 4 28 ਤੇ 2 30। ਇਸ ਦਾ ਮਤਲਬ ਕੀ ਹੈ, ਸਾਨੂੰ
ਪੈਨ ਦੀਆਂ 5 ਇਕਾਈਆਂ ਤੋਂ ਪ੍ਰਾਪਤ ਜੋ ਤੁਸ਼ਟੀ ਗੁਣ ਹੈ ਸਾਡਾ ਉਹ 30 ਹੈ। ਤਾਂ ਜੇਕਰ ਅਸੀਂ ਇਹਨੂੰ ਚੈੱਕ ਕਰੀਏ ਤਾਂ ਸਾਨੂੰ ਜੋ ਸਭ ਤੋਂ ਵੱਧ ਸੰਤੁਸ਼ਟੀ ਹੈ ਉਹ ਪ੍ਰਾਪਤ ਹੋ ਰਹੀ ਹੈ 3 ਕਾਪੀ ਤੇ 2 ਪੈਨਾਂ ਵਾਲੇ ਜੋੜੇ ਤੋਂ, ਜੋ ਹੈ ਸਾਡੇ ਕੋਲੇ 48, ਯਾਨੀ ਬਾਕੀ ਸਭ ਤੋਂ ਵੱਧ ਹੈ। ਤਾਂ ਦੋ ਵਸਤੂਆਂ ਦੇ ਸੰਬੰਧ ਵਿੱਚ ਉਪਭੋਗਤਾ ਸੰਤੁਲਨ ਦੀ ਜੋ ਸਾਡੀ ਸਥਿਤੀ ਹੈ ਉਹ ਹੈ 3 ਕਾਪੀਆਂ ਤੇ 2 ਪੈਨ ਖਰੀਦਣਾ। ਤਾਂ ਹੁਣ ਅਸੀਂ ਇਸ ਨੂੰ ਰੇਖਾ ਚਿੱਤਰ ਰਾਹੀਂ ਸਮਝਦੇ ਹਾਂ। ਤਾਂ ਅਸੀਂ ਇਹ ਡਾਇਗਰਾਮ ਬਣਾਇਆ। ਇੱਕ ਪਾਸੇ ਅਸੀਂ ਲਿਖਿਆ ਕਾਪੀ ਤੋਂ ਪ੍ਰਾਪਤ ਸੀਮਾਂਤ ਤੁਸ਼ਟੀ ਗੁਣ ਔਰ ਦੂਸਰੇ ਪਾਸੇ ਅਸੀਂ ਲਿਖਿਆ ਪੈਨ ਤੋਂ ਪ੍ਰਾਪਤ ਸੀਮਾਂਤ ਤੁਸ਼ਟੀ ਗੁਣ। ਜੇਕਰ ਅਸੀਂ ਕਾਪੀ ਵਾਲੇ ਪੱਖ ਤੋਂ ਪੜ੍ਹਨਾ ਤਾਂ ਸਾਡੀ ਜੋ 0 ਇਕਾਈ ਇੱਧਰੋਂ ਸ਼ੁਰੂ ਹੋਏਗੀ, ਫਿਰ 1, ਫਿਰ 2, ਫਿਰ 3, ਫਿਰ 4, ਫਿਰ 5। ਜੇਕਰ ਅਸੀਂ ਪੈਨ ਵਾਲੇ ਪਾਸੇ ਤੋਂ ਪੜ੍ਹਨਾ ਤਾਂ 0 ਇਕਾਈ, ਪਹਿਲੀ ਇਕਾਈ, ਦੂਜੀ ਇਕਾਈ, ਤੀਜੀ, ਚੌਥੀ ਤੇ ਪੰਜਵੀਂ। ਤਾਂ ਹੁਣ ਅਸੀਂ ਪਹਿਲਾਂ ਕਾਪੀ ਦੀਆਂ ਪ੍ਰਾਪਤ ਇਕਾਈਆਂ ਦਾ ਸੀਮਾਂਤ ਤੁਸ਼ਟੀ ਗੁਣ ਬਣਾਉਂਦੇ ਹਾਂ। ਤਾਂ ਸਾਡੇ ਕੋਲੇ ਪਹਿਲੀ ਇਕਾਈ ਤੇ ਸੀਮਾਂਤ ਤੁਸ਼ਟੀ ਗੁਣ ਹੈ 12, ਦੂਸਰੀ ਇਕਾਈ ਤੇ ਹੈ 10, ਤੀਸਰੀ ਇਕਾਈ ਤੇ 8, चौथी इकाई ते 6 और पंजवीं इकाई ते 4। तो इस प्रकार साडा जो है सीमांत तुष्टि गुण है वो कापी वाला बन जाएगा। असीं उरे लिख देंगे MUC यानी कापी तो प्राप्त सीमांत तुष्टि गुण। हुण असीं पैन वाला पढ़ना। तो पैन की पहली इकाई ते साडा तुष्टि गुण है जो 10, दूसरी इकाई ते 8, तीसरी इकाई ते 6, चौथी इकाई ते 4 और पंजवीं इकाई ते 2। तो यह साडा जो डायग्राम है वो इस टाइप दे विच बन जाएगा। यह है साडा MUP यानी पैन तो प्राप्त सीमांत तुष्टि गुण। तो इस तरह यह साडा जो संतुष्टि का पद्धर है वो आ जाएगा। तो इसका मतलब की है कि असी कापी दियाँ 3 इकाइयाँ ते पैन दियाँ 2 इकाइयाँ है जो खरीद रहे हैं और साडा जो संतुष्टि का पद्धर है वो वध तो वध है। और असी इत्थे ये भी ध्यान रख सकते हैं कि कापी की अंतिम इकाई तो मिलन वाला सीमांत तुष्टि गुण ते पैन की अंतिम इकाई तो मिलन वाला जो सीमांत तुष्टि गुण है वो बराबर बराबर है। आई होप ये सब तुहानू चंगी तरह समझ आया होगा। नैक्सट वीडियो दे विच आपां कुछ इंपॉर्टेंट MCQ करांगे। तो इस वीडियो नू ज़्यादा तो ज़्यादा लाइक करियो, अपने दोस्तों के नाल शेयर करियो ते चैनल नू सबसक्राइब करियो। तो मिलते हैं अगली वीडियो दे विच। तद तक लई टेक केयर।